ब्रेक तो बाद एक बार फिर तो तुहाडा स्वागत है। ਅਸੀਂ ਜ਼ਿਕਰ ਅੱਜ ਕਰ ਰਹੇ ਹਾਂ ਦਲਿਤ ਭਾਈਚਾਰੇ ਦਾ ਤੇ ਦਲਿਤ ਭਾਈਚਾਰੇ ਦੇ ਉੱਤੇ ਇਸ ਸਮੇਂ ਜੋ ਪੰਜਾਬ ਦੀ ਸਿਆਸਤ ਕੇਂਦਰਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਦਲਿਤਾਂ ਦੇ ਮੁੱਦੇ ਨੇ 2022 ਦੀ ਸਿਆਸਤ ਹੈ ਜਾਂ ਕਹੀਏ ਕਿ 22 ਦੇ ਉੱਤੇ ਨਜ਼ਰ ਹੈ। ਇਸ ਸੈਗਮੈਂਟ ਦੀ ਸ਼ੁਰੂਆਤ ਕਰਦੇ ਹਾਂ। ਸਾਡੇ ਨਾਲ ਬੀਐਸਪੀ ਤੋਂ ਵਿਕਰਮ ਸਿੰਘ ਸੋਢੀ ਜੁੜੇ ਹੋਏ ਨੇ। ਸੋਢੀ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਦੇਖੋ, ਬ੍ਰੇਕ ਤੋਂ ਪਹਿਲਾਂ ਜਦੋਂ ਸ਼ੁਰੂਆਤ ਆਪਾਂ ਕੀਤੀ, ਕਾਂਗਰਸ ਕਹਿੰਦੀ ਅਸੀਂ ਬਹੁਤ ਕੁਝ ਕੀਤਾ, ਸਾਡਾ ਕੰਟਰੀਬਿਊਸ਼ਨ ਬਹੁਤ ਹੈ। ਕਾਂਗਰਸ ਦੇ ਲਈ ਥੋੜੀ ਜਿਹੀ ਹੋਰ ਲੰਬੀ ਇਸ ਪੂਰੇ ਪ੍ਰੋਗਰਾਮ ਦੇ ਦੌਰਾਨ ਹੀ ਹੁੰਦੀ ਨਜ਼ਰ ਆ ਰਹੀ ਹੈ, ਜੋ ਰਾਜਕੁਮਾਰ ਵੇਰਕਾ ਦਾਅਵਾ ਕਰ ਗਏ ਕਿ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਜਾ ਰਹੀ ਹੈ ਪੰਜਾਬ ਸਰਕਾਰ। ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਇਹ ਆਰਡਰ ਜਿਹੜਾ ਇਹ ਕਹਿੰਦੇ ਨੇ ਕਿ ਇਹਨਾਂ ਨੇ ਪਾਸ ਕਰਤਾ ਹੈ ਜਾਂ ਇਹ ਜਾਰੀ ਕਰਨ ਲੱਗੇ ਨੇ, ਇਹਦੀ ਡਿਟੇਲਸ ਜਿਹੜੀਆਂ ਸਟੱਡੀ ਕਰਨਾ ਪੈਣਗੀਆਂ, ਤਾਂ ਹੀ ਪਾਰਟੀ ਰਿਐਕਸ਼ਨ ਦੇਗੀ। ਇਹਦਾ ਡਿਟੇਲ ਲਿਖਾਂਗੇ ਕਿ ਵਾਕਈ ਇਹਦਾ ਕੋਈ ਫਾਇਦਾ ਹੋਏਗਾ ਕਿ ਨਹੀਂ, ਤੇ ਜੇ ਫਾਇਦਾ ਹੋਏਗਾ ਦੈਨ ਵੀ ਸ਼ੁੱਡ ਵੈਲਕਮ ਇਟ। ਕੋਈ ਐਸੀ ਗੱਲ ਨਹੀਂ ਹੈਗੀ। ਮਗਰ ਇੱਕ ਹੋਰ ਇਸ਼ੂ ਇਹਦੇ ਨਾਲ ਅਰਾਈਜ਼ ਹੁੰਦਾ ਹੈ, ਉਹ ਹੈ ਕਿ ਐਨੀ ਦੇਰ ਕਿਉਂ, ਜਦੋਂ ਤੁਹਾਡੀ ਮੈਨੀਫੈਸਟੋ 'ਚ ਸੀਗਾ ਤੇ ਤੁਸੀਂ ਪਹਿਲੇ ਸਾਲ 'ਚ ਵੀ ਨਹੀਂ ਇਹਨੂੰ ਮੇਰਾ ਮਤਲਬ ਇਹਨਾਂ ਨੂੰ ਕਨਫਰਮ ਕੀਤਾ ਕਿ ਕਰਨਾ ਹੀ ਸੀਗਾ ਤੇ ਪਹਿਲੇ ਸਾਲ 'ਚ ਕਰ ਲੈਂਦੇ ਜੀ। ਤੇ ਹੁਣ ਜਦੋਂ 6 ਮਹੀਨੇ ਰਹਿ ਗਏ ਨੇ ਤੇ ਹੁਣ ਕਰਨ ਦਾ ਇਹਦੇ 'ਚ ਕੀ ਲਾਭ ਹੈਗਾ? ਖੈਰ, ਤੁਹਾਡੀ ਸਾਡੀ ਕਹਾਵਤ ਹੈ ਨਾ, ਦੇਰ ਆਏ ਦਰੁਸਤ ਆਏ। ਤੁਹਾਨੂੰ ਨਹੀਂ ਲੱਗਦਾ ਕਿ ਠੀਕ ਹੈ, ਚਲੋ ਜਦੋਂ ਹੋਇਆ ਉਦੋਂ ਸਹੀ? ਨਹੀਂ, ਉਹੀ ਮੈਂ ਕਹਿ ਰਿਹਾ ਨਾ, ਜੇ ਤਾਂ ਇਹਦਾ ਫਾਈਨ ਪ੍ਰਿੰਟ ਪੜ੍ਹ ਕੇ ਅਸੀਂ ਦੇਖਾਂਗੇ ਇੱਕ ਵਾਰੀ, ਜੇ ਤਾਂ ਵਾਕਈ ਇਹਦਾ ਫਾਇਦਾ ਹੋਏਗਾ ਜਿਹੜੇ ਸਫਾਈ ਕਰਮਚਾਰੀ। ਸਮਝਦੇ ਹੋ ਕਿ ਇਹ ਇੱਕ ਤਰੀਕੇ ਨਾਲ ਜਵਾਬ ਹੈ ਅਕਾਲੀ ਬੀਐਸਪੀ ਗੱਠਜੋੜ ਨੂੰ ਕਿ ਤੁਸੀਂ ਬੇਸ਼ੱਕ ਦਲਿਤ ਵੋਟ ਬੈਂਕ ਤੇ ਫੋਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਅਸੀਂ ਸੱਤਾ 'ਚ। ਹੋਰ ਗੱਲ ਹੈ, ਬਿਲਕੁਲ ਇੱਕ ਹੋਰ ਗੱਲ ਹੈ, ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਇਹਨਾਂ ਨੇ ਇਹ ਰਿਐਕਸ਼ਨ ਇੱਕ ਨੀਡ ਜਰਕ ਰਿਐਕਸ਼ਨ ਲੱਗਦਾ ਹੈ ਜੀ। ਤੇ ਸਾਡੀ ਅਨਾਉਂਸਮੈਂਟ ਹੋ ਗਈ ਹੈ ਸਾਡੀ ਗੱਠਜੋੜ ਦੀ, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ, ਤੇ ਇਹਨਾਂ ਨੇ ਸਾਡੇ ਗੱਠਜੋੜ ਦੀ ਅਨਾਉਂਸਮੈਂਟ ਨੂੰ ਇੰਤਜ਼ਾਰ ਕਰਕੇ ਫਿਰ ਰਿਐਕਟ ਕਰਤਾ ਇਹਨਾਂ ਨੇ। ਮਤਲਬ ਹੈ ਕਿ ਹੁਣ ਇਹਨਾਂ ਨੂੰ ਕੁਝ ਲੱਗਦਾ ਪਿਆ ਕਿ ਇਹਨਾਂ ਦੀ ਜਿਹੜੀ ਸਰਕਾਰ ਖਤਰੇ 'ਚ ਹੈਗੀ ਆ। ਮਤਲਬ ਤੁਹਾਨੂੰ ਲੱਗਦਾ ਕਿ ਬੀਐਸਪੀ ਨਾਲ ਗੱਠਜੋੜ ਹੋਇਆ, ਇਸ ਕਰਕੇ ਡਿਸੀਜਨ ਆਇਆ? ਮੈਨੂੰ ਲੱਗਦਾ ਹੈ ਕਿ ਇਹ ਡਿਸੀਜਨ ਹੀ ਇਸ ਗੱਠਜੋੜ ਨੇ ਹੀ ਇਸ ਡਿਸੀਜਨ ਨੂੰ ਫੋਰਸ ਕੀਤਾ ਹੈ। ਨਹੀਂ, ਫਿਰ ਬਹੁਤ ਸਾਰੇ ਲੋਕਾਂ ਨੇ ਕਹਿਣਾ ਕਿ ਤੁਸੀਂ ਗੱਠਜੋੜ ਪਹਿਲਾਂ ਹੀ ਕਰ ਲੈਂਦੇ, 4 ਸਾਲ ਪਹਿਲਾਂ ਸ਼ਾਇਦ ਨੌਕਰੀ ਮਿਲ ਜਾਂਦੀ ਉਹਨਾਂ ਨੂੰ। ਚਲੋ ਮੈਂ ਕਿੰਗਰਾ ਜੀ ਤੋਂ ਰਿਐਕਸ਼ਨ ਲੈ ਲਾਂ। ਕਿੰਗਰਾ ਜੀ। ਗੌਰਵ ਜੀ, ਮੇਰਾ ਦੋਸਤ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ, ਉਹਨਾਂ ਦੀ ਦਿੱਲੀ ਸਰਕਾਰ ਹੈ, ਉੱਥੇ ਪੱਕੇ ਪੁੱਕੇ ਕਰ ਲੈਣ, ਉਹ ਪੋਲੀਟੀਕਲ ਡਿਸੀਜਨ ਲੈ ਲੈਣ, ਮੇਰੀ ਉਹਨਾਂ ਨੂੰ ਬੇਨਤੀ ਹੈ। ਦੂਜੀ ਗੱਲ, ਤੁਸੀਂ ਕਾਂਗਰਸ ਵੱਲ ਵੇਖੋ, ਅਸੀਂ ਸੁਸ਼ੀਲ ਕੁਮਾਰ ਸ਼ਿੰਦੇ ਜੀ ਨੂੰ ਭਾਰਤ ਦੀ ਬਹੁਤ ਵੱਡੀ ਸਟੇਟ ਦਾ ਮੁੱਖ ਮੰਤਰੀ ਬਣਾਇਆ। ਇਹ ਤਾਂ ਕਹਿੰਦੇ ਅਸੀਂ ਬਣਾਵਾਂਗੇ, ਅਸੀਂ ਤਾਂ ਬਣਾਤਾ। ਨਹੀਂ, ਸੋਢੀ ਸਾਹਿਬ ਤਾਂ ਕਹਿੰਦੇ ਕਿ ਅਕਾਲੀ ਬੀਐਸਪੀ ਦਾ ਗੱਠਜੋੜ ਹੋਇਆ ਤਾਂ ਕਾਂਗਰਸ ਨੂੰ ਦਲਿਤ ਯਾਦ ਆਏ। ਪੂਰਾ ਕਰ ਲੈਣ ਦਿਓ ਜੀ, ਪੂਰਾ ਕਰ ਲੈਣ ਦਿਓ। ਇਹਨਾਂ ਨੇ ਤਾਂ ਕਿਹਾ ਵੀ ਅਸੀਂ ਮੁੱਖ ਮੰਤਰੀ ਬਣਾਵਾਂਗੇ। ਅਸੀਂ ਸੁਸ਼ੀਲ ਕੁਮਾਰ ਸ਼ਿੰਦੇ ਜੀ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਤਾ ਸੀ। ਸੋ ਸਾਡੀ ਗੱਲ ਪੱਕੀ ਜਾਂ ਇਹਨਾਂ ਦੀ ਪੱਕੀ, ਇਹ ਤਾਂ ਲੋਕ ਕਰਨਗੇ ਫੈਸਲਾ। ਦੂਜੀ ਗੱਲ, ਅਸੀਂ ਬਾਬੂ ਜਗਜੀਵਨ ਰਾਮ ਜੀ ਨੂੰ ਪਾਰਟੀ ਪ੍ਰਧਾਨ ਬਣਾਇਆ। ਅਕਾਲੀ ਦਲ ਨੂੰ ਕਹੋ ਪਾਰਟੀ ਪ੍ਰਧਾਨ ਬਣਾਉਣ ਕੋਈ। ਅਸੀਂ ਉਦੋਂ ਬਾਅਦ ਸੀਤਾਰਾਮ ਕੇਸਰੀ ਜੀ ਨੂੰ ਪਾਰਟੀ ਪ੍ਰਧਾਨ ਬਣਾਇਆ। ਅਕਾਲੀ ਦਲ ਨੂੰ ਕਹੋ ਪ੍ਰਧਾਨ ਬਣਾਉਣ ਕੋਈ। ਚਲੋ, ਮੁੱਖ ਮੰਤਰੀ ਦਾ ਵੱਸ ਦੇ ਲੋਕਾਂ ਦੇ ਵੱਸ ਹੈ ਵੀ ਜਦੋਂ ਵੋਟਾਂ ਪਾਉਣਗੇ ਤਾਂ ਬਣੂਗਾ ਜਾਂ ਉਪ ਮੁੱਖ ਮੰਤਰੀ। ਪ੍ਰਧਾਨ ਤਾਂ ਅੱਜ ਬਣਾ ਸਕਦੇ ਆ ਨਾ, ਇੱਕ ਵਾਰੀ ਬਣਾ ਕੇ ਵੇਖ ਲੈਣ ਸੁਖਬੀਰ ਬਾਦਲ ਜੀ, ਕਿਸੇ ਇਸ ਵਰਗ ਚੋਂ ਬਿਲੋਂਗ ਕਰਦੇ ਬੰਦੇ ਨੂੰ ਪ੍ਰਧਾਨ। ਦੂਜੀ ਗੱਲ, ਮੈਂ ਯੂਪੀ ਦਾ ਬਹੁਤ ਦੌਰਾ ਕੀਤਾ ਹੈਗਾ, ਬਹੁਜਨ ਸਮਾਜ ਪਾਰਟੀ ਦੇ ਰਾਜ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਵੀ। ਮੈਂ ਸੋਢੀ ਸਾਹਿਬ ਨੂੰ ਇੱਕੋ ਸਵਾਲ ਕਰਦਾ, ਆਪਾਂ ਦੋਨੇ ਇਕੱਠੇ ਚੱਲਦੇ ਆ, ਮੈਨੂੰ ਉੱਥੇ ਦਲਿਤ ਵਰਗ ਦੀ ਡਿਵੈਲਪਮੈਂਟ ਵਿਖਾਇਓ ਯੂਪੀ ਦੇ ਵਿੱਚ, ਮੈਂ ਤੁਹਾਡੇ ਪੈਰੀਆਂ ਥਲਾ ਦੂੰਗਾ। ਛੱਡੋ ਸਿਆਸਤ ਦੀ ਗੱਲ, ਆਪਾਂ ਚੱਲਾਂਗੇ ਦੋਵੇਂ ਜਣੇ। ਥੋੜੀ ਜਵਾਬ ਦਊਂਗੇ ਸੋਢੀ ਸਾਹਿਬ? ਮੈਂ ਕੱਲੇ ਪਿੰਡ ਗਿਆ ਉੱਤਰ ਪ੍ਰਦੇਸ਼ ਦੇ। ਮੈਂ ਚੰਨੀ ਜੀ ਤੋਂ ਰਿਐਕਸ਼ਨ ਲੈਣਾ, ਪਰ ਸੋਢੀ ਸਾਹਿਬ ਇੱਕ ਜਵਾਬ ਦੇ ਦਿਓ ਤੁਸੀਂ। ਲੋਕਾਂ ਨੂੰ ਮਾਰ ਪੈਂਦੀ ਹੈ ਜੀ, ਇਸ ਤਰ੍ਹਾਂ ਲੋਕਾਂ ਨੂੰ ਮਾਰ ਪੈਂਦੀ ਹੈ ਉੱਥੇ। ਮੈਂ ਹਾਲਤ ਵੇਖੀ ਆ ਉੱਥੇ, ਤੁਹਾਡੇ ਰਾਹ 'ਚ ਵੀ ਪੈਂਦੀ ਰਹੀ ਹੈ। ਸੋਢੀ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਦੇਖੋ, ਆਮ ਆਦਮੀ ਪਾਰਟੀ ਦਿੱਲੀ ਦਾ ਮਾਡਲ ਲੈ ਕੇ ਆਉਂਦੀ ਹੈ ਦਲਿਤ ਭਾਈਚਾਰੇ ਦੇ ਲਈ, ਤੁਸੀਂ ਯੂਪੀ ਦਾ ਮਾਡਲ ਲੈ ਕੇ ਆ ਰਹੇ ਹੋ। ਸਾਡੀ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਸਰਕਾਰ 4 ਵਾਰੀ ਬਣੀ ਹੈ ਜੀ। ਮਾਇਆਵਤੀ ਜੀ ਜਿਹੜੇ ਹੈਗੇ ਨੇ, ਉਹਨਾਂ ਦਾ ਸਭ ਤੋਂ ਸਕਸੈਸਫੁਲ ਰਿਕਾਰਡ ਰਿਹਾ ਹੈ, ਤੇ ਉਹਨਾਂ ਨੇ ਇੰਨੀਆਂ ਸਕੀਮਾਂ ਚਲਾਈਆਂ ਬਹੁਜਨ ਸਮਾਜ ਵਾਸਤੇ, ਤੇ ਜਿਹੜੇ ਦੱਬੇ ਕੁਚਲੇ ਵਰਗਾਂ ਹੈਗੀਆਂ ਉਹਨਾਂ ਵਾਸਤੇ ਇੰਨੀਆਂ ਸਕੀਮਾਂ, ਇੰਨੇ ਵਜ਼ੀਫੇ ਉਹਨਾਂ ਦੇ ਕੀ ਕਹਿੰਦੇ ਹੋ, ਉਹਨਾਂ ਨੂੰ ਜਿਹੜੇ ਹਾਊਸ ਜਿਨ੍ਹਾਂ ਦੇ ਕੋਲ ਘਰ ਨਹੀਂ ਸੀਗੇ ਉਹਨਾਂ ਨੂੰ ਘਰ ਦਿੱਤੇ ਗਏ, ਉਹਨਾਂ ਨੂੰ ਪਲਾਟ ਦਿੱਤੇ ਗਏ, ਘਰ ਬਣਾਏ ਗਏ, ਤੇ ਹੋਰ ਵੀ ਬਹੁਤ ਸਕੀਮਾਂ ਜਿਹੜੀਆਂ ਹੈ ਭੈਣ ਕੁਮਾਰੀ ਮਾਇਆਵਤੀ ਜੀ ਨੇ ਦਿੱਤੀਆਂ, ਤੇ ਸ਼ੀ ਵਾਸ ਕੰਸੀਡਰਡ ਦੀ ਮੋਸਟ ਸਕਸੈਸਫੁਲ। ਨਹੀਂ, ਸੋਢੀ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਇਸ ਇਲੈਕਸ਼ਨ ਦੇ ਵਿੱਚ ਤੁਹਾਨੂੰ ਦੱਸਣਾ ਪੈਣਾ ਨਾ, ਉਹ ਪੂਰਾ ਤੁਹਾਨੂੰ ਲਿਸਟ ਲੈ ਕੇ ਆਣੀ ਪਏਗੀ ਕਿ ਜਦੋਂ ਮਾਇਆਵਤੀ ਸਰਕਾਰ ਸੀ ਯੂਪੀ ਦੇ ਵਿੱਚ ਤੁਸੀਂ ਕੀ ਕੀਤਾ? ਮਾਇਆਵਤੀ ਸਰਕਾਰ ਦੇਖੋ, ਕਾਂਗਰਸ ਕਹਿੰਦੀ ਕੁਝ ਨਹੀਂ ਕੀਤਾ। ਲਖਨਊ 'ਚ ਪਾਰਕ ਬਣਾਏ ਇਹਨਾਂ ਨੇ, ਲਖਨਊ 'ਚ ਪਾਰਕ ਬਣਾਏ, ਨੋਇਡਾ 'ਚ ਵੱਡੇ ਪਾਰਕ ਬਣਾਏ, ਪਰ ਦਲਿਤਾਂ ਦਾ ਇਸ ਵਰਗ ਦਾ ਕੁਝ ਨਹੀਂ ਕੀਤਾ। ਇਹ ਤਾਂ ਮੈਂ ਚੱਲਦਾ ਇਹਨਾਂ ਨਾਲ, ਸੋਢੀ ਸਾਹਿਬ ਨਾਲ। ਸੋਢੀ ਸਾਹਿਬ, ਕੰਪਲੀਟ ਕਰ ਦਿਓ, ਮੈਂ ਅੱਗੇ ਵਧਾਂ।
ਨਹੀਂ ਮੈਂ ਤਾਂ ਇਹਨਾਂ ਨਾਲ ਜਾਣ ਨੂੰ ਤਿਆਰ ਹੈਗਾ, ਜਦੋਂ ਮਰਜ਼ੀ ਕਰਨ ਲੈ। ਮੇਰਾ ਮਤਲਬ ਹੈ ਜੇ ਜਾਣਾ ਚਾਹਣਗੇ ਜੇ ਯੂਪੀ ਦੇ ਵਿੱਚ ਤਾਂ ਮੈਂ ਇਹਨਾਂ ਦਾ ਸਾਥ ਦੇਵਾਂਗਾ ਤੇ ਇਹਨਾਂ ਨੂੰ ਦਿਖਾਵਾਂਗੇ ਅਸੀਂ ਜਿਹੜਾ ਕੰਮ ਕੀਤਾ ਹੈ। ਫਿਰ ਮੈਨੂੰ ਕੋਈ ਇਹਦੇ 'ਚ ਕੋਈ ਇਤਰਾਜ਼ ਨਹੀਂ ਹੈਗਾ। ਚਲੋ ਇੱਕ ਚੀਜ਼ ਕਲੀਅਰ ਹੈ ਸਰ, ਇੱਕ ਚੀਜ਼ ਤਾਂ ਕਲੀਅਰ ਹੈ ਕਿ ਲੋਕ ਤਾਂ ਤੁਹਾਨੂੰ ਪੁੱਛਣਗੇ ਕਿ ਤੁਸੀਂ ਦੱਸੋਗੇ ਉੱਥੇ ਕੀ ਕੀਤਾ ਸੀ, ਉਹਦੇ ਵਾਸਤੇ ਕੀ ਪਲਾਨ ਹੈ ਤੁਹਾਡੇ ਕੋਲ। ਜੀ ਬਿਲਕੁਲ, ਤੁਹਾਨੂੰ ਲੋਕ ਪੁੱਛਣਗੇ ਸਰ, ਦਲਿਤ ਭਾਈਚਾਰਾ ਜਿਹੜਾ ਹੈਗਾ ਜਿਨ੍ਹਾਂ ਦੀਆਂ ਵੋਟਾਂ ਤੁਸੀਂ ਲੈਣਾ ਚਾਹੁੰਦੇ ਹੋ ਬੀਐਸਪੀ ਜਾਂ ਅਕਾਲੀ ਦਲ, ਤੁਹਾਨੂੰ ਪੁੱਛਣਗੇ ਕਿ ਤੁਸੀਂ ਯੂਪੀ 'ਚ ਕੀ ਕੀਤਾ ਸੀ, ਦੱਸੋ ਇੱਥੇ, ਜਿਹੜਾ ਸਾਨੂੰ ਵੀ ਥੋੜਾ ਜਿਹਾ ਹੌਸਲਾ ਮਿਲ ਸਕੇ ਕਿ ਅਸੀਂ ਵੋਟ ਕਿਉਂ ਪਾਈਏ। ਚੰਨੀ ਜੀ ਬੀਜੇਪੀ ਤੋਂ ਸਾਡੇ ਨਾਲ ਨੇ। ਚੰਨੀ ਦੇਖੋ ਬਾਰ-ਬਾਰ ਉਹੀ ਗੱਲ ਹੋ ਰਹੀ ਹੈ, ਕਿੰਗਰਾ ਜੀ ਨੇ ਵੀ ਆਮ ਆਦਮੀ ਪਾਰਟੀ ਨੂੰ ਵੀ ਤੁਹਾਨੂੰ ਵੀ ਕਹਿ ਦਿੱਤਾ ਕਿ ਤੁਸੀਂ ਸੱਤਾ ਦੇ ਵਿੱਚ ਹੋ ਨਾ, ਕਰੋ ਡਿਸੀਜਨ। ਤੁਸੀਂ ਤਾਂ ਕਹਿ ਰਹੇ ਹੋ ਕਿ 2022 ਚ ਹੋਏਗਾ ਤਾਂ ਅਸੀਂ ਕਰਾਂਗੇ, ਜਿੱਥੇ ਤੁਸੀਂ ਹੈਗੇ ਉੱਥੇ ਕਰ ਦਿਓ ਨਾ ਡਿਸੀਜਨ, ਲੈ ਲਓ ਉੱਥੇ। ਕੋਈ ਦਲਿਤ ਭਾਈਚਾਰੇ ਤੱਕ ਮੈਸੇਜ ਪਹੁੰਚ ਜਾਏ ਕਿ ਦੇਖੋ ਅਸੀਂ ਆਹ ਕਰਤਾ ਤੁਹਾਡੇ ਲਈ, ਅਸੀਂ ਆਹ ਡੈਜ਼ਿਗਨੇਸ਼ਨ ਦੇ ਦਿੱਤੀ ਜਾਂ ਆਹ ਅਹੁਦਾ ਸਰਕਾਰ ਦੇ ਵਿੱਚ ਦੇ ਦਿੱਤਾ। ਗੌਰਵ ਜੀ ਗੱਲ ਇਹ ਹੈਗੀ ਹੈ, ਤੁਸੀਂ ਦੇਖੋ ਜੇ ਕੁਝ ਹੋਇਆ ਵਰਚੁਅਲੀ ਕੁਝ ਹੋਇਆ ਔਰ ਪ੍ਰੈਕਟੀਕਲੀ ਹੋਇਆ ਤਾਂ ਉਹ ਬੀਜੇਪੀ ਦੀ ਸਰਕਾਰ ਆਉਣ ਤੋਂ ਬਾਅਦ ਹੀ ਇਹਨਾਂ ਲੋਕਾਂ ਵਾਸਤੇ ਹੋਇਆ। ਪਰ ਅਫਸੋਸ ਦੀ ਗੱਲ ਇਹ ਹੈਗੀ ਹੈ ਕਿ ਜਿੱਥੇ ਤੱਕ ਪੰਜਾਬ ਦੀ ਗੱਲ ਹੈ, ਪੰਜਾਬ ਸਰਕਾਰ ਪਰਪਸਲੀ ਆਈ ਡੋਂਟ ਨੋ ਵਿਦ ਮੈਲਾਫਾਈਡੀ ਗਵਰਨਮੈਂਟ ਆਫ ਇੰਡੀਆ ਦੀਆਂ ਸਕੀਮਾਂ ਨਾ ਕੋਈ ਬੰਦਾ ਇੱਥੇ ਪੜ੍ਹਦਾ ਹੈ, ਨਾ ਕੋਈ ਉਹਨਾਂ ਨੂੰ ਇੰਪਲੀਮੈਂਟ ਕਰਨਾ ਚਾਹੁੰਦਾ। ਕਿਉਂਕਿ ਜਿਵੇਂ ਕਿਸੇ ਨੇ ਕਿਹਾ ਸੀ ਨਾ, ਉਹ ਸ਼ਾਇਦ ਸਮਾਜਵਾਦੀ ਪਾਰਟੀ ਵਾਲਿਆਂ ਨੇ ਕਿ ਜਿਹੜੀ ਵੈਕਸੀਨੇਸ਼ਨ ਹੈ ਕੋਵਿਡ ਦੀ ਉਹ ਤਾਂ ਬੀਜੇਪੀ ਦੀ ਹੈਗੀ ਹੈ। ਇਹਨਾਂ ਦਾ ਹਾਲ ਵੀ ਇਹੀ ਹੈ, ਇਹ ਸਕੀਮਾਂ ਨਾ ਪੜ੍ਹਦੇ ਨੇ, ਇਹਨਾਂ ਲਾਗੂ ਕਰਦੇ ਨੇ। ਤੁਸੀਂ ਦੇਖੋ ਸਕੀਮਾਂ ਹੈਗੀਆਂ ਨੇ 10 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਤੁਸੀਂ ਬਹੁਤ ਸੀਨੀਅਰ ਹੋ, ਉਹਦੇ ਵਿੱਚ ਜਿਹੜੀਆਂ ਦਲਿਤ ਭਾਈਚਾਰੇ ਤੱਕ ਨਹੀਂ ਪਹੁੰਚੀਆਂ ਸੈਂਟਰ ਦੀ ਸੀ ਔਰ ਪਹੁੰਚਣੀ ਚਾਹੀਦੀ ਸੀ। ਹਾਂ ਇਹਨਾਂ ਨੇ ਇੰਪਲੀਮੈਂਟ ਕਰਦੇ ਨੇ ਨਾ, ਜਿਸ ਤਰ੍ਹਾਂ ਘਟਾਲੇ ਕੀਤੇ ਨੇ ਸਕਾਲਰਸ਼ਿਪ ਦੇ ਵਿੱਚ। ਹੁਣ ਵੀ ਤੁਸੀਂ ਦੇਖ ਲਓ 60,000 ਕਰੋੜ ਰੁਪਏ ਦਾ ਸਕਾਲਰਸ਼ਿਪ ਜਿਹੜੀ ਸਕੀਮ ਹੈਗੀ ਆ ਉਹ ਗਵਰਨਮੈਂਟ ਆਫ ਇੰਡੀਆ ਨੇ ਅਨਾਉਂਸ ਕਰਤੀ, ਸਟਾਰਟ ਕਰਤੀ। ਔਰ ਇਹਨਾਂ ਦਾ ਇੱਥੇ ਕੀ ਹਾਲ ਹੈਗਾ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕਿਸ ਤਰ੍ਹਾਂ ਦੀਆਂ ਡਿਲੇ ਹੋ ਰਹੀਆਂ ਨੇ ਜਾਂ ਘਟਾਲੇ ਹੋ ਰਹੇ ਨੇ ਸਕਾਲਰਸ਼ਿਪ ਸਕੀਮ ਦੇ ਵਿੱਚ। ਉਹ 20 ਮਿਲੀਅਨ ਜਿਹੜੇ ਘਰ ਬਣਾ ਕੇ ਦੇ ਰਹੇ ਨੇ। ਫਿਰ ਜਿਹੜੀਆਂ ਨੈਸ਼ਨਲ ਹਿਊਮਨ ਰਾਈਟਸ ਨੈਸ਼ਨਲ ਹੈਲਥ ਮਿਸ਼ਨ ਹੈ ਉਹਦੇ ਵਿੱਚ ਸਾਰੀਆਂ ਫੈਸਿਲਿਟੀਜ਼ ਸ਼ਡਿਊਲ ਕਾਸਟ ਸਬ ਪਲਾਨ ਦੇ ਵਿੱਚ ਦਿੱਤੀਆਂ ਹੋਈਆਂ ਹੈਗੀਆਂ ਨੇ, ਚਾਹੇ ਉਹ ਗ੍ਰਾਮੀਣ ਹੈ ਚਾਹੇ ਦੂਸਰਾ। ਜ਼ੀਰੋ ਬੈਲੈਂਸ ਦੀਆਂ ਫੈਸਿਲਿਟੀਆਂ ਦਿੱਤੀਆਂ ਨੇ ਕਿ ਹਰੇਕ ਬੰਦੇ ਦਾ ਬੈਂਕ ਦਾ ਅਕਾਊਂਟ ਹੋਵੇ। ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਹੈ ਕਿ ਇੱਥੇ ਪ੍ਰੋਬਲਮ ਕੀ ਹੈਗੀ ਹੈ ਕਿ ਮਾਨਸਿਕਤਾ ਬੋਲਦੀ ਹੈ, ਚਾਹੇ ਉਹ ਰਵਨੀਤ ਬਿੱਟੂ ਦੀ ਹੈਗੀ ਹੈ ਚਾਹੇ ਉਹ ਕਾਂਗਰਸ ਦੀ ਹੈਗੀ ਹੈ। ਕਿਉਂਕਿ ਇਹ ਇਹਨਾਂ ਗਰੀਬ ਲਾਚਾਰ ਲੋਕਾਂ ਨੂੰ ਵਰਤਣਾ ਚਾਹੁੰਦੇ ਨੇ। ਹੁਣ ਤੁਸੀਂ ਦੇਖੋ 6 ਮਹੀਨੇ ਰਹਿ ਗਏ, ਅਗਲੀ ਸਰਕਾਰ ਪਤਾ ਨਹੀਂ ਕਿਹਦੀ ਆਉਣੀ ਹੈ, ਲਾਇਬਿਲਿਟੀ ਕੌਣ ਚੁੱਕੂਗਾ, ਫੈਸਲੇ ਇਹ ਕਰ ਰਹੇ ਨੇ। ਇਹਨਾਂ ਨੂੰ ਹੱਕ ਕੀ ਅੱਜ ਇਹ ਫੈਸਲੇ ਕਰਨ ਦਾ? ਇਹਨਾਂ ਨੂੰ ਜੇ ਫੈਸਲੇ ਜਦੋਂ ਇਹਨਾਂ ਨੇ ਮੈਨੀਫੈਸਟੋ ਬਣਾਇਆ ਸੀ ਪਹਿਲੇ ਦਿਨ ਇਹਨਾਂ ਨੂੰ ਹੱਕ ਸੀ ਵੀ ਆਹ ਅਸੀਂ ਫੈਸਲੇ ਕਰਾਂਗੇ, ਆਹ ਅਸੀਂ ਫੈਸਲੇ ਲਾਗੂ ਕਰਾਂਗੇ। ਤੁਸੀਂ ਪੱਕਾ ਕੀਤੇ ਜਾਣ ਦਾ ਵਿਰੋਧ ਕਰ ਰਹੇ ਹੋ ਕਿ ਨਹੀਂ ਕੀਤਾ ਜਾਣਾ ਚਾਹੀਦਾ? ਗੱਲ ਤਾਂ ਪੰਜਾਬ ਦੀ ਕਰੋ ਵੀ ਪੰਜਾਬ 'ਚ ਕੀ ਕਰਨਾ ਹੈਗਾ। ਪੰਜਾਬ 'ਚ ਤੁਸੀਂ ਕੁਝ ਨਹੀਂ ਕਰ ਰਹੇ। ਔਰ ਜਿੱਥੇ ਤੱਕ ਅਕਾਲੀ ਦਲ ਦੀ ਗੱਲ ਹੈ ਉਹ ਕਹਿੰਦੇ ਜੀ ਅਸੀਂ ਡਿਪਟੀ ਸੀਐਮ ਬਣਾਵਾਂਗੇ। ਗੌਰਵ ਜੀ ਮੈਨੂੰ ਇਹ ਦੱਸ ਦਿਓ ਤੁਸੀਂ ਕਿ ਡਿਪਟੀ ਸੀਐਮ ਤੇ ਮਿਨਿਸਟਰ 'ਚ ਕੀ ਫਰਕ ਹੈ? ਜਦੋਂ ਮੈਡਮ ਰਜਿੰਦਰ ਕੌਰ ਭੱਠਲ ਬਣੀ ਸੀ ਉਦੋਂ ਵੀ ਉਹਨਾਂ ਨੇ ਸੀਐਮ ਸਾਹਿਬ ਨੇ ਕਿਹਾ ਸੀ ਕਿ ਫੱਟੀ ਬਦਲੀ ਹੈ, ਕੁਝ ਨਹੀਂ ਹੋਇਆ। ਕਨਸਟੀਟਿਊਸ਼ਨ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਡਿਪਟੀ ਸੀਐਮ ਨੂੰ ਕੋਈ ਸਪੈਸ਼ਲ ਪਾਵਰ ਹੋਵੇ। ਤੇ ਇਹਨਾਂ ਨੇ ਇਹ ਨਹੀਂ ਕਿਹਾ ਵੀ ਚਾਹੇ ਭਾਈ ਬੀਐਸਪੀ ਦਾ ਬੰਦਾ ਕੋਈ ਜਿੱਤੇ ਚਾਹੇ ਨਾ ਜਿੱਤੇ, ਅਸੀਂ ਬੀਐਸਪੀ ਦੀ ਪਾਰਟੀ ਦਾ ਡਿਪਟੀ ਸੀਐਮ ਬਣਾਵਾਂਗੇ। ਉਹਦਾ ਜਿਹੜਾ ਆਊਗਾ ਫਿਰ ਉਹ ਬਣਾ ਲੈਣਗੇ। ਨਹੀਂ ਪਰ ਸਵਾਲ ਤਾਂ ਸਰ ਇਹ ਹੈ ਨਾ ਕਿ ਪ੍ਰਧਾਨ ਮੰਤਰੀ ਬਣ ਗਏ, ਉਪ ਪ੍ਰਧਾਨ ਮੰਤਰੀ ਦੇਸ਼ ਦੇ ਵਿੱਚ ਬਣ ਗਏ, ਉਹਨਾਂ ਦਾ ਜ਼ਿਕਰ ਅੱਜ ਉਪ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਹੀ ਹੁੰਦਾ ਨਾ। ਤੁਹਾਡੀ ਪਾਰਟੀ ਨੇ ਵੀ ਬਣਾਏ ਸੀ, ਜੇ ਪ੍ਰੋਵੀਜ਼ਨ ਨਹੀਂ ਹੈ ਤਾਂ ਫਿਰ ਕਿਵੇਂ ਬਣ ਗਏ? ਹੋਰ ਪੰਜਾਬ ਦੀ ਗੱਲ ਲੈ ਲਓ, ਸੋਮ ਪ੍ਰਕਾਸ਼ ਜੀ ਉਹਦੇ ਵਿੱਚ ਹੈਗੇ ਨੇ, ਸਾਂਪਲਾ ਸਾਹਿਬ ਉਹਦੇ ਵਿੱਚ ਹੈਗੇ ਨੇ, ਕਿੰਨੇ ਹੋਰ ਮੈਂ ਤੁਹਾਨੂੰ ਕਰਾਣਾ ਜਿੰਨਾ ਚੀਫ ਮਿਨਿਸਟਰ ਦਾ ਹੋਰ। ਠੀਕ ਹੈ, ਮੈਂ ਰਿਐਕਸ਼ਨ ਲੈਣਾ ਸਰ, ਆਪਣੇ ਕੋਲ ਸਮਾਂ ਬਹੁਤ ਪੂਰਾ ਹੁੰਦਾ ਹੈ। ਠੰਡਲ ਸਾਹਿਬ, ਮੈਂ ਮਾਲੀ ਤੁਹਾਡੇ ਕੋਲ ਆ ਰਿਹਾ। ਠੰਡਲ ਸਾਹਿਬ ਇੱਕ ਰਿਐਕਸ਼ਨ ਦੇਖੋ, ਕਾਂਗਰਸ ਬੜੀ ਹਮਲਾਵਰ ਹੈ ਤੁਹਾਡੇ ਤੇ। ਉਹ ਕਹਿੰਦੇ ਆ ਕਿ ਤੁਸੀਂ ਐਲਾਨ ਨਾ ਕਰੋ, ਤੁਸੀਂ ਕਰਕੇ ਦਿਖਾਓ, ਵੋਟਾਂ ਪੈਣਗੀਆਂ, ਸਰਕਾਰ ਬਣੇਗੀ, ਉਹ ਬਾਅਦ ਦੀ ਗੱਲ ਹੈ। ਹੁਣ ਪ੍ਰਧਾਨ ਲਾਓ ਤੁਸੀਂ ਆਪਣਾ, ਕਿ ਅਸੀਂ ਤਾਂ ਪ੍ਰਧਾਨ ਲਗਾਇਆ ਦਲਿਤ ਭਾਈਚਾਰੇ ਤੋਂ, ਉਹਨਾਂ ਨੇ ਨਾਮ ਵੀ ਕਰਵਾਤੇ ਕਿ ਤੁਸੀਂ ਲਗਾਓ ਪ੍ਰਧਾਨ, ਅਕਾਲੀ ਦਲ ਲਗਾਵੇ ਪ੍ਰਧਾਨ। ਪੰਜਾਬ 'ਚ ਵੀ ਲਾਏ ਆ ਅਸੀਂ। ਗੌਰਵ ਜੀ ਮੈਂ ਸੁਣਿਆ ਕਿੰਗਰਾ ਜੀ ਨੂੰ, ਇਹ ਕਹਿੰਦੇ ਆ ਜੀ ਅਕਾਲੀ ਦਲ ਨੇ ਕੁਝ ਨਹੀਂ ਕੀਤਾ। ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਜਾਂ ਲੰਬਾ ਸਮਾਂ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਾਂਗਰਸੀ ਸਰਕਾਰ ਚੱਲੀ ਆ, ਕੋਈ ਕਾਂਗਰਸ ਨੇ ਚਲਾਈ ਹੋਵੇ, ਕੋਈ ਪੰਜਾਬ ਦੇ ਵਿੱਚ ਕੋਈ ਸਕੀਮ ਦੱਸ ਸਕਦੇ ਆ? ਜੋ ਕੁਝ ਵੀ ਅੱਜ ਗਰੀਬ ਲੋਕਾਂ ਨੂੰ ਮਿਲ ਰਿਹਾ ਜਾਂ ਜਿਹੜੀਆਂ ਵੈਲਫੇਅਰ ਦੀਆਂ ਸਕੀਮਾਂ ਚੱਲਦੀਆਂ, ਇਹ ਸਾਰੀਆਂ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਸ਼ੁਰੂ ਹੋਈਆਂ। ਇਹਨਾਂ ਦਾ ਸਾਡਾ ਅੱਜ 4 ਸਾਲ ਦਾ ਬੱਚਿਆਂ ਦਾ ਸ਼ਗਨ ਨਹੀਂ ਦਿੱਤਾ। ਇਹਨਾਂ ਨੇ ਲੋਕਾਂ ਨੇ ਸਾਡੇ ਵਜ਼ੀਫੇ ਇਹ ਖਾ ਲਏ। ਅੱਜ ਰਵਨੀਤ ਬਿੱਟੂ ਜੀ ਸਾਡੇ ਦਲਿਤ ਸਮਾਜ ਨੂੰ ਜਿਹੜਾ ਪਵਿੱਤਰ ਕਹਿਣ ਤੇ ਸ਼ੁਰੂ ਹੋ ਗਿਆ,
ਔਰ ਇੱਕ ਵੀ ਸਟੇਟਮੈਂਟ ਇਹਨਾਂ ਦੇ ਕਿਸੇ ਲੀਡਰ ਦੀ ਉਹ ਨਹੀਂ ਆਈ ਕਿ ਬਿੱਟੂ ਦੇ ਬਿਆਨ ਵਾਲਾ ਐਲਾਨ ਕਰਨ ਦੀ ਜ਼ਰੂਰਤ ਕੀ ਪਈ? ਮੈਂ ਦੇਖੋ ਇਸ ਗੱਲ ਡਿਪਟੀ ਸੀਐਮ ਵਾਲਾ ਐਲਾਨ ਕਰਨ ਦੀ ਜ਼ਰੂਰਤ ਕੀ ਪਈ? ਤੁਸੀਂ ਕਹਿ ਰਹੇ ਹੋ ਕਿ ਅਸੀਂ ਦਲਿਤ ਭਾਈਚਾਰੇ ਲਈ ਬਹੁਤ ਕੁਝ ਸਤਿਕਾਰ ਦਿੱਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਉਸ ਉਹਨਾਂ ਦੇ ਦਿਨ ਦੇ ਉੱਪਰ ਜਲੰਧਰ ਦੀ ਧਰਤੀ ਤੇ ਜਦੋਂ ਉਹਨਾਂ ਦੇ ਅਸੀਂ ਦਿਨ ਮਨਾ ਰਹੇ ਸੀ, ਅਸੀਂ ਉਹਨਾਂ ਨੂੰ ਸਮਰਪਿਤ ਜਿਹੜੇ ਦੇਸ਼ ਦਾ ਸੰਵਿਧਾਨ ਰਚਿਆ ਉਹਨਾਂ ਅਸੀਂ ਇਹ ਅਹੁਦਾ ਦਾ ਜਿਹੜਾ ਦਿੱਤਾ ਕਿ ਪੰਜਾਬ ਦੇ ਵਿੱਚ ਅਸੀਂ ਇੱਕ ਦਲਿਤ ਵਰਗ ਨੂੰ ਡਿਪਟੀ ਸੀਐਮ ਜਿਹੜਾ ਉਹ ਬਣਾਵਾਂਗੇ। ਅੱਜ ਚਾਹੇ ਕੋਈ ਸੀਐਮ ਕਹੀ ਜਾਵੇ ਚਾਹੇ ਕੋਈ ਕਹੀ ਜਾਵੇ, ਆ ਬੀਜੇਪੀ ਦਾ ਵੀ ਮੈਂ ਜਵਾਬ ਚੰਨੀ ਦੇਣਾ ਚਾਹੁੰਦਾ ਜੀ। ਅੱਜ 14 ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰਾਂ ਤੇ ਇੱਕ ਕਹਿੰਦੇ ਸੀਐਮ ਬਣਾਉਣਾ, ਡਿਪਟੀ ਸੀਐਮ ਬਣਾ ਦਿਓ ਇੱਕ। ਇਹ ਦੱਸ ਦਿਓ ਸਾਨੂੰ ਕਿਹੜਾ ਇਹਨਾਂ ਨੇ ਬਣਾਤਾ। ਇਸ ਕਰਕੇ ਇਹ ਵੋਟ ਰਾਜਨੀਤੀ ਕਰਦੇ ਆ, ਚਲਿਏ ਜਵਾਬ ਦੇਣਾ ਚਾਹੋਗੇ। ਕਰਦੇ ਆ ਦਲਿਤਾਂ ਜਿਹਨਾਂ ਦੇ ਕਾਬੂ ਨਹੀਂ ਹੋਣਾ। ਤੁਹਾਡੀਆਂ ਤਾਂ ਸਰਕਾਰਾਂ ਹੈਗੀਆਂ, ਬਣਾਓ ਡਿਪਟੀ ਸੀਐਮ ਜਾਂ ਸੀਐਮ। ਮੈਂ ਇਹਨਾਂ ਨੂੰ ਦੱਸ ਦਾਂਗਾ, ਲਿਖ ਕੇ ਭੇਜ ਦਾਂਗਾ ਕਿਤੇ ਕਿਤੇ ਕੀ ਕੁਝ ਕੀਤਾ ਹੋਇਆ ਹੈਗਾ ਸੂਕਾਸ ਭਾਈਚਾਰੇ ਵਾਸਤੇ। ਠੀਕ ਹੈ, ਤੁਸੀਂ ਸੀਐਮ ਦੀ ਗੱਲ ਕਰਦੇ ਆ ਜੀ, ਪਾਰਟੀ ਦਾ ਰੁਖ ਕਰਦੇ ਹੋ। ਜੀ 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 ਸ਼ਿਵਦਿਆਲ ਜੀ ਸਰ, ਤੁਹਾਡਾ ਰਿਐਕਸ਼ਨ। ਦੇਖੋ ਬਾਰ-ਬਾਰ ਉਹੀ ਗੱਲ ਹੋ ਰਹੀ ਹੈ ਕਿ ਜਿਨ੍ਹਾਂ ਦੇ ਕੋਲ ਸੱਤਾ ਇਸ ਸਮੇਂ ਨਹੀਂ ਹੈ ਉਹ ਕਹਿੰਦੇ ਕਿ ਅਸੀਂ ਕਰ ਦਾਂਗੇ, ਸਾਨੂੰ ਵੋਟਾਂ ਪਾਓ। ਪਰ ਸਵਾਲ ਤਾਂ ਇਹ ਹੈ ਕਿ ਜਿੱਥੇ ਤੁਹਾਡੇ ਕੋਲ ਸੱਤਾ ਹੈ ਤੁਸੀਂ ਉੱਥੇ ਕਰ ਦਿਓ ਨਾ। ਆਮ ਆਦਮੀ ਪਾਰਟੀ ਪਰ ਤਾਂ ਇਲਜ਼ਾਮ ਲਗਾਉਂਦੇ ਨੇ ਕਿ ਤੁਸੀਂ ਰਾਖੀ ਬਿਲਡਾਂ ਨੂੰ ਪਹਿਲਾਂ ਕੈਬਨਿਟ ਬਣਾਇਆ ਸੀ, ਰੈਂਕ ਦਿੱਤਾ ਸੀ, ਉਸ ਤੋਂ ਬਾਅਦ ਲੈ ਕੇ ਉਹਨਾਂ ਨੂੰ ਡੈਪੂਟੀ ਸਪੀਕਰ ਬਣਾ ਦਿੱਤਾ ਗਿਆ, ਡਿਮੋਸ਼ਨ ਕਰ ਦਿੱਤੀ ਗਈ ਉਹਨਾਂ ਦੀ। ਗੌਰਵ ਜੀ, ਮੈਂ ਇੱਕ ਮੇਰਾ ਮਹਿਮਾਨਾਂ ਤੌਰ ਤੁਹਾਡੇ ਤੇ ਵੀ ਛੋਟਾ ਜਿਹਾ ਇਤਰਾਜ਼ ਹੈ। ਮੈਨੂੰ ਸਮਾਂ ਪੂਰਾ ਦੇਣਾ ਗੱਲ ਕਹਿਣ ਵਾਸਤੇ। ਮੈਂ ਕਿੰਗਰਾ ਜੀ ਨੂੰ ਵੀ ਸੁਣ ਰਿਹਾ ਸੀ ਔਰ ਸਾਰੇ ਮਹਿਮਾਨ ਸਤਿਕਾਰਿਤ ਨੇ ਇਹਨਾਂ ਨੂੰ ਸੁਣ ਰਿਹਾ ਸੀ। ਇਹ ਸਾਰੇ ਗੱਲਾਂ ਵਾਅਦਿਆਂ ਦੀਆਂ ਗੱਲਾਂ, ਰਾਜਨੀਤਿਕ ਵਾਅਦੇ ਆ ਸਾਰੇ ਇਹ ਵਾਲੇ। ਅਸੀਂ ਡਿਪਟੀ ਸੀਐਮ ਬਣਾਵਾਂਗੇ, ਸੀਐਮ ਬਣਾਵਾਂਗੇ। ਮੈਂ ਪੁੱਛਣਾ ਚਾਹੁੰਦਾ, ਕਾਂਗਰਸ ਸਰਕਾਰ ਹੈ ਜੇ ਸੱਤਾ ਦੇ ਵਿੱਚ ਆ ਪੰਜਾਬ ਦੇ ਵਿੱਚ, ਕਿ ਇਹ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੈ ਇਹ ਮੈਨੂੰ ਦੱਸੇ ਪਹਿਲਾਂ ਕਿ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਸੀ, ਘਰ ਘਰ ਨੌਕਰੀ, ਘਰ ਘਰ ਵਿੱਚ ਆਪਣੇ ਕਹਿੰਦੇ ਹਰ ਵਿਦਿਆਰਥੀ ਨੂੰ ਲੈਪਟਾਪ ਦੇਣਾ, ਗਰੀਬਾਂ ਦੇ ਕਰਜ਼ੇ ਮਾਫ ਕਰਨੇ, ਉਹਨਾਂ ਨੂੰ ਮਕਾਨ ਦੇਣੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਬਿਜਲੀ ਸਸਤੀ ਕਰਨੀ ਹੈ, ਉਹ ਜਿਹੜੇ ਮੁਆਹਦੇ ਕੀਤੇ 25 ਸਾਲ ਦੇ ਬਿਜਲੀ ਦੀਆਂ ਪ੍ਰਾਈਵੇਟ ਕੰਪਨੀਆਂ ਦੇ ਨਾਲ, ਉਹਨਾਂ ਨੂੰ ਵੀ ਕੈਂਸਲ ਰਿਵਿਊ ਕਰਕੇ ਕੈਂਸਲੇਸ਼ਨ ਕਰਕੇ ਲੋਕਾਂ ਨੂੰ ਰਾਹਤ ਦੇਣਗੇ। ਉਹ ਕਿੱਥੇ ਨੇ ਵਾਅਦੇ? ਸਾਰੇ ਤਾਂ ਹਵਾ ਬਣ ਗਈ ਉਹ ਵਾਲੀ। ਦੂਜਾ ਸਵਾਲ ਦੇ ਵਿੱਚ ਚਰਚਾ ਦੇ ਵਿੱਚ ਆਇਆ ਕਿ ਵਰੀਤ ਬਿੱਟੂ ਜੀ ਬਹੁਤ ਸਤਿਕਾਰਿਤ ਸਾਡੇ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਤੋਂ। ਇਹ ਇੱਕ ਸਰੇ ਰਾਹ ਮੈਂ ਕਹਿੰਦਾ ਬੇਅਦਬੀ ਔਰ ਮਾਨ ਸਨਮਾਨ ਦਾ ਮਾਮਲਾ ਹੈ। ਇਹਦੇ ਵਿੱਚ ਉਹਨਾਂ ਨੇ ਕਿਹਾ ਆ ਕਿੰਗਰਾ ਸਾਹਿਬ, ਉਹ ਪਾਇਸ ਵਰਡ ਨੂੰ ਕਿਸ ਤਰ੍ਹਾਂ ਨਾਲ ਆਪਣੀ ਡਿਕਸ਼ਨਰੀ ਦੇ ਆਪਣੀ ਵਿਜ਼ਡਮ ਦੇ ਨਾਲ ਉਹਨੂੰ ਪੇਸ਼ਗੋਸ਼ੀ ਕਰਦੇ ਪਏ ਨੇ। ਪਰ ਮੈਂ ਇਹਨੂੰ ਸਿੱਧਾ ਸਾਦਾ ਸਮਾਜ ਦੇ ਪਛੜੇ ਵਰਗ ਦੇ ਮਾਨ ਸਨਮਾਨ ਤੇ ਹਮਲਾ ਮੰਨਦਾ ਔਰ ਉਹਨਾਂ ਨੂੰ ਇਹ ਸਟੇਟਮੈਂਟ ਵਾਪਸ ਲੈਣੀ ਚਾਹੀਦੀ, ਮਾਫੀ ਮੰਗਣੀ ਚਾਹੀਦੀ ਹੈ। ਐਕਸਪਲੇਨੇਸ਼ਨ ਨਹੀਂ ਸਾਨੂੰ ਚਾਹੀਦੀ ਇਹਦੀ ਬਿਲਕੁਲ ਐਕਸਪਲੇਨੇਸ਼ਨ ਨਹੀਂ ਗੀ। ਪੰਜਾਬ ਇੱਕ ਬੜਾ ਸਿਰਕਟ ਸੂਬਾ ਹੈ, ਕਲਗੀਧਰ ਸੂਬਾ ਹੈਗਾ, ਉਹਦੇ ਵਿੱਚ ਵਸਣ ਵਾਲਾ ਹਰ ਵਸਨੀਕ ਜਿਹੜਾ ਉਹ ਪੰਜਾਬੀ ਹੈ, ਉਹ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੈ। ਕਿੱਦਾਂ ਕਹਿ ਸਕਦੇ ਨੇ ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ, ਹੁਣ ਕੱਲ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਆਪਣੇ ਸ੍ਰੀ ਅੰਮ੍ਰਿਤ ਸਾਹਿਬ ਦੇ, ਤੇ ਪਰਸੋਂ ਨੂੰ ਆਪਣੇ ਸ੍ਰੀ ਮੁਕਤਸਰ ਸਾਹਿਬ ਦੀ ਸੀਟ ਨੂੰ ਕਹਿ ਦੇਣਗੇ। ਇਦਾਂ ਤਾਂ ਖੁੱਲਾ ਮੈਦਾਨ ਹੋ ਜਾਏਗਾ ਇਹਨਾਂ ਨੂੰ ਬੇਅਦਬੀ ਕਰਨ ਦੇ, ਕਿਸੇ ਦੇ ਮਾਨ ਸਨਮਾਨ ਦੇ ਉੱਤੇ ਹਮਲਾ ਕਰਨ ਦਾ। ਚੌਥੀ ਗੱਲ ਇਹਨਾਂ ਨੇ ਕੀਤੀ ਵਾਅਦਿਆਂ ਦੇ, ਕਿ ਅਸੀਂ ਡਿਪਟੀ ਸੀਐਮ ਬਣਾਵਾਂਗੇ, ਸੀਐਮ ਬਣਾਵਾਂਗੇ। ਅਸੀਂ ਤਾਂ ਆਪਣੇ ਆਪੋਜੀਸ਼ਨ ਵਿੱਚ ਆ, ਅਸੀਂ ਵਿਰੋਧੀ ਧਿਰ ਦੇ ਨੇਤਾ ਦਾ ਪੂਰੀ ਬਖੂਬੀ ਰੋਲ ਅਦਾ ਕਰ ਰਹੇ ਹਾਂ ਪੰਜਾਬ ਦੇ ਵਿੱਚ। ਅਤੇ ਸਾਡਾ ਐਲਓਪੀ ਲੀਡਰ ਵੀ ਦਲਿਤ ਭਾਈਚਾਰੇ ਤੋਂ, ਉਹ ਪਛੜੇ ਭਾਈਚਾਰੇ ਤੋਂ। ਸਾਡੀ ਉਪ ਨੇਤਾ ਜਿਹੜੀ ਹੈ ਭੈਣ ਸਰਬਜੀਤ ਕੌਰ ਜੀ ਮਾਣੂਕੇ, ਜਿਹੜੇ ਜਗਰਾਉਂ ਤੋਂ ਐਮਐਲਏ ਨੇ, ਉਹ ਵੀ ਦਲਿਤ ਭਾਈਚਾਰੇ ਤੋਂ। ਹੋਰ ਕੀ ਚਾਹੀਦਾ? ਅਸੀਂ ਤਾਂ ਕਰਕੇ ਦਿਖਾ ਦਿੱਤਾ। ਇਹਨਾਂ ਦੀਆਂ ਸਟੇਟਾਂ ਦੇ ਵਿੱਚ ਇੱਥੇ ਸਰਕਾਰਾਂ ਨੇ, ਉੱਥੇ ਕਿਉਂ ਨਹੀਂ ਬਣਾਉਂਦੇ? ਤੀਜੇ ਨੰਬਰ ਤੇ ਚੁਆਇਸ ਸੀ ਸਰ ਤੁਹਾਡੀ ਭਾਈਚਾਰੇ ਤੋਂ। ਐਚਐਸ ਫੂਲਕਾ ਤੋਂ ਬਾਅਦ ਸੁਖਪਾਲ ਖਹਿਰਾ, ਫਿਰ ਤੁਹਾਨੂੰ ਯਾਦ ਆਏ ਹਰਪਾਲ ਚੀਮਾ। ਨਹੀਂ, ਅਸੀਂ ਤਾਂ ਬਹੁਤ ਦੇਰ ਤੋਂ, ਫਿਰ ਵੀ ਚਲੋ ਸਾਲ ਬਾਅਦ ਬਣਾਤਾ ਅਸੀਂ, 1.5 ਸਾਲ ਬਾਅਦ ਪਾਰਟੀ ਦੀ ਪਾਲਿਸੀ। ਪਰ 2.5 ਸਾਲ ਤੋਂ 2 ਸਾਲ ਤੋਂ ਹੁਣ ਸਾਡੇ ਜਿਹੜੇ ਮੇਰਾ ਸਵਾਲ ਵਿੱਚ ਨੇਤਾ ਨੇ ਜੀ ਦਲਿਤ ਭਾਈਚਾਰੇ ਨਾਲ ਨੇ। ਚਲੋ ਮੇਰੇ ਕੋਲ ਸਮਾਂ ਖਤਮ ਹੋ ਰਿਹਾ, ਮੈਂ ਥੋੜਾ ਜਿਹਾ ਰਿਐਕਸ਼ਨ ਕਿੰਗਰਾ ਸਾਹਿਬ ਤੁਹਾਡੇ ਤੋਂ ਲੈਣਾ, ਮੇਰੇ ਕੋਲ 20 ਸੈਕਿੰਡਸ ਨੇ ਸਿਰਫ। ਜੀ ਮੈਂ ਮਾਫੀ ਚਾਹਨਾ ਮਾਲੀ ਸਾਹਿਬ, ਸ਼ਾਇਦ ਤੁਹਾਨੂੰ ਅੱਜ ਲੱਗ ਰਿਹਾ ਕਿ ਮੈਨੂੰ ਵੀ ਲੱਗ ਰਿਹਾ ਕਿ ਸ਼ਾਇਦ ਥੋੜਾ ਜਿਹਾ ਤੁਹਾਨੂੰ ਸਮਾਂ ਘੱਟ ਦਿੱਤਾ ਗਿਆ। ਮੈਨੂੰ ਲੱਗ ਰਿਹਾ ਜੀ ਮੇਰਾ ਡਿਬੇਟ ਦੇ ਵਿੱਚ ਹੁੰਦਾ ਕਿਸੇ ਨੂੰ ਥੋੜਾ ਜਿਹਾ ਜ਼ਿਆਦਾ ਜਾਂ ਕਿਸੇ ਨੂੰ ਘੱਟ। ਚਲੋ ਕੋਈ ਗੱਲ ਨਹੀਂ, ਕਿਸੇ ਹੋਰ ਦਿਨ ਤੁਹਾਡਾ ਇਤਰਾਜ਼ ਪੂਰੀ ਤਰ੍ਹਾਂ ਦੂਰ ਕਰਨ ਦੀ ਕੋਸ਼ਿਸ਼ ਕਰੂੰਗਾ। ਅਗਲੀ ਵਾਰ ਪੂਰਾ ਕਰਾਂਗੇ ਤੁਹਾਡਾ ਗੌਰਵ ਜੀ। ਅਗਲੀ ਵਾਰ ਪੁਆਇੰਟ ਤੇ ਤੁਹਾਡਾ ਰਿਐਕਸ਼ਨ ਜ਼ਰੂਰ ਜਾਣਨਾ ਚਾਹੁੰਦਾ ਕਿ ਤੁਸੀਂ ਕਿਹੜੀ ਸਕੀਮ ਨੂੰ ਲੈ ਕੇ ਆਪਣੀ ਪਿੱਠ ਥਾਪੜ ਸਕਦੇ ਹੋ ਕਿ ਜਿਹੜੀ ਤੁਸੀਂ ਸਪੈਸੀਫਿਕਲੀ ਕਾਂਗਰਸ ਨੇ ਲਿਆਂਦੀ, ਪੰਜਾਬ ਕਾਂਗਰਸ ਨੇ ਲਿਆਂਦੀ। ਸਰਕਾਰ ਦੇ ਗੱਲ ਨਹੀਂ ਕਰਨੀ ਚਾਹੀਦੀ ਗੌਰਵ ਜੀ, 2 ਬੰਦਿਆਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ। ਸਾਡੇ ਸਾਰਿਆਂ ਦੇ ਵਿੱਚੋਂ
ਥਾਂਦਲ ਸਾਹਿਬ ਹੀ ਇਕੱਲੇ ਮੰਤਰੀ ਰਹੇ ਆ, ਨਾ ਮੈਂ ਰਿਹਾ, ਨਾ ਚੰਨੀ ਸਾਹਿਬ ਰਹੇ, ਨਾ ਕੋਈ ਰਿਹਾ, ਪਰ ਅਸੀਂ ਸਰਕਾਰਾਂ 'ਚ ਕੰਮ ਬਹੁਤ ਉੱਚੇ ਅਹੁਦਿਆਂ ਤੇ ਕੀਤਾ, ਪਰ ਨੌਕਰ ਦੇ ਤੌਰ ਤੇ ਕੀਤਾ, ਸਰਕਾਰ ਦੇ ਤੌਰ ਤੇ ਨਹੀਂ। ਚੰਨੀ ਸਾਹਿਬ ਜਦੋਂ ਇਹ ਗੱਲ ਕਹਿੰਦੇ ਮੈਨੂੰ ਉਦੋਂ ਹੀ ਬੜੀ ਹੈਰਾਨੀ ਹੁੰਦੀ ਹੈ, ਜਿਨ੍ਹਾਂ ਨੇ ਸਭ ਕੁਝ ਵੇਖਿਆ, ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਰਾਸ਼ਟਰਪਤੀ ਤੱਕ ਬਣਾ ਦਿੱਤੇ ਕਾਂਗਰਸ ਪਾਰਟੀ ਨੇ। ਚੰਨੀ ਸਾਹਿਬ ਇਹ ਗੱਲ ਨਹੀਂ ਕਰਨੀ ਚਾਹੀਦੀ ਤੁਹਾਨੂੰ। ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ ਨਾ ਕਿ ਕਾਂਗਰਸ ਨੇ ਕੀ ਕੀਤਾ ਹੈ, ਆਓ ਚੱਲੀਏ ਪਿੰਡ ਪਿੰਡ ਚੱਲਦੇ ਹਾਂ। ਦਲਿਤ ਭਾਈਚਾਰੇ ਦੀ ਗੱਲ ਹੋ ਰਹੀ ਹੈ ਗਿਆਨੀ ਜੀ, ਦਲਿਤ ਭਾਈਚਾਰੇ ਤੋਂ ਨਹੀਂ ਸੀਗੇ, ਮੈਂ ਇਸ ਕਰਕੇ ਕਹਿ ਤੇ ਵੀ ਆ ਜਾਣਗੇ, ਚੰਨੀ ਸਾਹਿਬ ਆ ਜਾਣਗੇ, ਉੱਥੇ ਵੀ ਇਹ ਪੋਲੀਟੀਕਲ ਪਾਰਟੀਆਂ ਉੱਥੇ ਵੀ ਆ ਜਾਣਗੀਆਂ। ਹੋਰ ਰੁਕੋ 15-20 ਦਿਨ, ਉਹਦੇ ਵਾਸਤੇ ਵੀ ਵੱਡੇ ਵੱਡੇ ਅਨਾਉਂਸਮੈਂਟ ਹੋਣ ਵਾਲੇ ਆ, ਵੇਖੀ ਜਾਓ ਤੁਸੀਂ। ਇਹ ਸਾਰੀ ਨਹੀਂ ਆਪਾਂ ਉਹ ਗੱਲ ਕਰੀਏ ਜਿਹੜੀ ਹੋਈ ਹੈ ਜਾਂ ਕਰ ਰਹੇ ਦੂਸਰੀ ਨਾ ਕਰੀਏ। ਕੋਈ ਹਮੈਤੀ ਨਹੀਂ ਹੈ, ਨਾ ਬੀਜੇਪੀ ਚ ਹਮੈਤੀ ਹੈ, ਨਾ ਤੁਹਾਡਾ ਕਿਸੇ ਅਕਾਲੀ ਦਲ ਚ ਹਮੈਤੀ ਹੈ। ਇਹ ਤੁਹਾਡੇ ਹਮੈਤੀ ਕੱਲੀ ਕਾਂਗਰਸ ਹੈ, ਮੰਨ ਲਓ ਮੇਰੀ ਗੱਲ, ਮੈਂ ਬਹੁਤ ਰੇਡੋ ਵੇਖਿਆ। ਕਿੰਗਰਾ ਸਾਹਿਬ ਤੁਸੀਂ ਕਿਹੜੇ ਹਮੈਤੀ ਹੈਗੇ? ਤੁਸੀਂ ਵੈਲਕਮ ਕਰ ਰਹੇ ਹੋ ਕਿੰਗਰਾ ਸਾਹਿਬ ਜੀ, ਇੱਧਰ ਆ ਜਾਓ ਸਾਡੇ ਵਾਲੇ ਪਾਸੇ। ਆ ਬੇਰਕਾ ਨੂੰ ਕਦੋਂ ਡਿਪਟੀ ਸੀਐਮ ਬਣਾ ਰਹੇ ਹੋ ਕਿੰਗਰਾ ਜੀ? ਕਿ ਜਿਹੜਾ ਤੁਸੀਂ ਥਾਂਦਲ ਸਾਹਿਬ ਆ ਬੇਰਕਾ ਨੂੰ ਕਦੋਂ ਡਿਪਟੀ ਸੀਐਮ ਬਣਾ ਰਹੇ ਹੋ ਦੱਸੋ। ਪਿੰਡਾਂ ਦੇ ਵਿੱਚ ਕਾਂਗਰਸ ਨੇ ਕੀ ਕੀਤਾ ਇਹਨਾਂ? ਤੁਸੀਂ ਮਾਨਸਿਕਤਾ ਦੇਖੋ ਕਿ ਜੇ ਜਿਹੜੀ ਅਨੰਦਪੁਰ ਸਾਹਿਬ ਦੀ ਸੀਟ ਤੇ ਜਗਤੌਰ ਸਾਹਿਬ ਦੀ। ਚਲੋ ਮੈਂ ਮਾਫੀ ਚਾਹੁੰਦਾ ਸਾਰੇ ਮਹਿਮਾਨਾਂ ਤੋਂ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਂ ਹੋਰ ਸਮਾਂ ਨਹੀਂ ਦੇ ਪਾਉਂਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਹੋਣ ਦੇ ਲਈ। ਪਰ ਇਹ ਪੂਰੀ ਚਰਚਾ ਤੋਂ ਬਾਅਦ ਇਸ ਤਰ੍ਹਾਂ ਮਹਿਸੂਸ ਜ਼ਰੂਰ ਹੋਇਆ ਕਿ ਇੱਕ ਫੁੱਟਬਾਲ ਹੈ ਜਿਸ ਦੇ ਉੱਪਰ ਬਹੁਤ ਸਾਰੇ ਸਵਾਲ ਲਿਖੇ ਗਏ ਨੇ ਦਲਿਤ ਭਾਈਚਾਰੇ ਨੂੰ ਲੈ ਕੇ। ਉਹ ਮੇਰੇ ਵਰਗਾ ਕੋਈ ਐਂਕਰ ਇੱਕ ਪੋਲੀਟੀਕਲ ਪਾਰਟੀ ਦੇ ਵਾਲੇ ਪਾਸੇ ਸੁੱਟ ਦਿੰਦਾ, ਉਹਨਾਂ ਦੇ ਨੁਮਾਇੰਦੇ ਵਾਲੇ ਪਾਸੇ, ਫਿਰ ਉਹੀ ਬਾਲ ਕਿਸੇ ਹੋਰ ਦੇ ਕੋਲ, ਕਿਸੇ ਹੋਰ ਦੇ ਕੋਲ, ਕਿਸੇ ਹੋਰ ਦੇ ਕੋਲ। ਜਵਾਬ ਸ਼ਾਇਦ ਸਭ ਦੇ ਕੋਲ ਨਹੀਂ ਹੈ ਜਾਂ ਦੇਣਾ ਨਹੀਂ ਚਾਹੁੰਦੇ। ਸਵਾਲ ਇਹੀ ਹੈ ਕਿ ਜਿੰਨੀਆਂ ਵੀ ਪਾਰਟੀਆਂ ਜੁੜੀਆਂ ਨੇ ਉਹ ਸੱਤਾ 'ਚ ਰਹੀਆਂ ਨੇ ਜਾਂ ਹੈਗੀਆਂ ਨੇ ਕਿਸੇ ਨਾ ਕਿਸੇ ਥਾਂ ਦੇ ਉੱਤੇ, ਪਰ ਸਵਾਲ ਇਹੀ ਹੈ ਕਿ ਉੱਥੇ ਕੀ ਕੀਤਾ, ਉੱਥੇ ਕਿਹੜੇ ਅਹੁਦੇ ਦਿੱਤੇ ਗਏ, ਕਿਵੇਂ ਦਲਿਤ ਭਾਈਚਾਰੇ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਗਈ। ਖੈਰ ਪੰਜਾਬ ਦੇ ਲੋਕ, ਦਲਿਤ ਭਾਈਚਾਰੇ ਦੇ ਲੋਕ ਇਹ ਸਵਾਲ ਜ਼ਰੂਰ ਸਿਆਸੀ ਪਾਰਟੀਆਂ ਨੂੰ 22 ਦੇ ਵਿੱਚ ਪੁੱਛਣਗੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।